ਦਰਸ਼ਕਾਂ ਦਾ ਸਵਾਗਤ। ਕਰੋਨਾ ਵੱਡੀ ਸਮੱਸਿਆ ਹੈ, ਪਰ ਉਸ ਸਮੱਸਿਆ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਦਰਪੇਸ਼ ਨੇ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਹੋ ਰਹੀਆਂ ਨੇ ਜਿਹੜੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ। ਬਹੁਤ ਸਾਰੇ ਸਵਾਲ ਅਜਿਹੇ ਲੋਕਾਂ ਦੇ ਜ਼ਿਹਨ ਦੇ ਵਿੱਚ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਇੱਕ ਅਜਿਹੇ ਮੁੱਦੇ 'ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੀ ਇਸ ਵੇਲੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਉਹ ਕੋਸ਼ਿਸ਼ ਸਫਲ ਹੋ ਗਈ ਤਾਂ ਇੱਕ ਅਧਿਕਾਰ ਸੂਬਿਆਂ ਦਾ ਹੋਰ ਖੋਹ ਲਿਆ ਜਾਵੇਗਾ। ਸਾਡੇ ਨਾਲ ਬਹੁਤੀ ਗੱਲਬਾਤ ਕਰਨ ਲਈ ਯੂਨਾਈਟਿਡ ਸਿੱਖ ਪਾਰਟੀ ਤੋਂ ਜਸਵਿੰਦਰ ਸਿੰਘ ਜੁੜੇ ਨੇ। ਜਸਵਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜਸਵਿੰਦਰ ਜੀ, ਜੇ ਅਸੀਂ ਗੱਲ ਕਰੀਏ ਪੰਜਾਬ ਦੇ ਨਾਲ ਬਾਕੀ ਸੂਬਿਆਂ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਮਹਾਮਾਰੀ ਦੇ ਦੌਰ ਦੇ ਵਿੱਚ, ਇਹ ਜਿਹੜਾ ਮੁੱਦਾ ਹੈਗਾ, ਕੀ ਜਾਣਕਾਰੀ ਤੁਹਾਡੇ ਕੋਲ ਹੈ? ਕੀ ਤੁਸੀਂ ਸੋਚਦੇ ਹੋ ਇਸ ਵੇਲੇ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਇਹ ਚਾਲ ਚੱਲ ਰਹੀ ਹੈ ਇਸ ਵੇਲੇ? ਜੀ ਭੋਗਲ ਸਾਹਿਬ, ਭਾਰਤ ਸਰਕਾਰ ਨੇ 2003 ਵਿੱਚ ਇਲੈਕਟ੍ਰਿਸਿਟੀ ਜਿਹੜਾ ਐਕਟ ਹੈ ਉਹ ਬਣਾਇਆ ਸੀ ਤਾਂ ਕਿ ਵੱਖ-ਵੱਖ ਭਾਰਤ ਦੇ ਸੂਬਿਆਂ ਦੇ ਉਹਨਾਂ ਦੇ ਅਧਿਕਾਰ ਰਹਿੰਦੇ ਆ, ਉੱਥੋਂ ਦੇ ਲੋਕਾਂ ਦੀ, ਉੱਥੋਂ ਦੀ ਸਰਕਾਰਾਂ ਇਹ ਸਿਸਟਮ ਨੂੰ ਢੰਗ ਤਰੀਕੇ ਦੇ ਨਾਲ ਚਲਾ ਸਕਣ। ਪਰ ਹੁਣ ਸਰਕਾਰ ਜਿਹੜੀ ਸੈਂਟਰ ਦੀ, ਜਦੋਂ ਦੀ ਮੋਦੀ ਸਰਕਾਰ ਸੈਂਟਰ ਦੇ ਵਿੱਚ ਆਈ ਹੈ, ਇਹ ਦਿਨੋ ਦਿਨ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਲਈ ਕੋਈ ਨਾ ਕੋਈ ਪੜਪੰਚ ਹੈ, ਕੋਈ ਨਾ ਕੋਈ ਖੇਡ ਹੈ, ਆਏ ਦਿਨ ਰਚਦੀ ਨਜ਼ਰ ਆ ਰਹੀ ਹੈ। ਇਸੇ ਲੜੀ ਨੂੰ ਅੱਗੇ ਇਹਨਾਂ ਨੇ ਤੋਰਿਆ। ਇਹਨਾਂ ਨੇ 2000 ਜਦੋਂ ਮੋਦੀ ਸਰਕਾਰ ਆਉਂਦੇ ਹੀ ਇਹਨਾਂ ਨੇ 2014 ਚ ਇਹਦੇ ਵਿੱਚ ਸੋਧ ਲਈ ਜਿਹੜਾ ਉਹ ਖਰੜਾ, ਉਹ ਅੱਗੇ ਡਰਾਫਟ ਹੈ ਉਹ ਬਣਾਇਆ। ਇਹ 14 ਚ ਵੀ ਬਣਿਆ, ਉਸ ਤੋਂ ਬਾਅਦ 18 ਚ ਆ ਗਈ ਹੈ ਗੱਲ, ਤੇ 18 ਦੇ ਵਿੱਚ ਵੀ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਕਿ ਇਹ ਜਿਹੜਾ ਐਕਟ ਹੈਗਾ, ਬਿਜਲੀ ਸੋਧ ਬਿੱਲ ਹੈ ਜਿਹੜਾ 2003, ਹੁਣ ਤੇ 18 ਵੀ ਕਹਿ ਸਕਦੇ ਆ ਉਹਨੂੰ ਆਪਾਂ, ਕਿ ਉਹਦੇ ਵਿੱਚ ਅਧਿਕਾਰ ਜਿਹੜੇ ਰਾਜਾਂ ਦੇ ਕੋਲ ਨੇ ਉਹ ਬਿਲਕੁਲ ਵੀ ਨਹੀਂ ਰਹਿਣੇ ਹੈਗੇ। ਪਹਿਲਾਂ ਤੇ ਸਾਡੇ ਕੋਲੇ ਕੁਝ ਅਧਿਕਾਰ ਹੈਗੇ ਸੀਗੇ, ਜਿਹੜਾ ਬਿਜਲੀ ਐਕਟ ਹੈ, ਬਿਜਲੀ ਵਿਭਾਗ ਦੇ ਵਿੱਚ ਹੁਣ ਤੇ ਸਿਰਫ 2 ਬੰਦਿਆਂ ਕੋਲ ਅਧਿਕਾਰ ਰਹਿਣਗੇ। ਪਹਿਲਾ ਤੇ ਭਾਰਤ ਸਰਕਾਰ ਕੋਲ, ਦੂਜਾ ਜਿਹੜੀ ਮੋਦੀ ਸਰਕਾਰ ਦੀ ਨਿੱਜੀ ਕੰਪਨੀਆਂ ਨੇ, ਨਿੱਜੀ ਚਹੇਤਾ ਕੰਪਨੀਆਂ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਜੀ। ਜੇ ਅਸੀਂ ਗੱਲ ਕਰੀਏ ਹੁਣ, ਬੜਾ ਵੱਡਾ ਇਸ ਇਲਜ਼ਾਮ ਆਪਾਂ ਕਹਿ ਸਕਦੇ, ਇਸ ਨੂੰ ਬੜਾ ਵੱਡਾ ਕੇਂਦਰ ਸਰਕਾਰ ਦੇ ਉੱਪਰ ਇਲਜ਼ਾਮ ਤੁਹਾਡੇ ਵੱਲੋਂ ਲਾਇਆ ਜਾ ਰਿਹਾ। ਵੈਸੇ ਤਾਂ ਇਹਦੇ ਤੁਹਾਨੂੰ ਕੀ ਲੱਗਦਾ, ਘੋਖ ਕਿਵੇਂ ਕਰੀਏ? ਕੀ ਤੁਹਾਡੇ ਤੋਂ ਕੀ ਇਹਦੇ ਸਬੂਤ ਨੇ ਜਿਹੜਾ ਇਹ ਕਦਮ ਸਰਕਾਰ ਚੱਕਣ ਜਾ ਰਹੀ ਹੈ? ਕਿ ਇਸ ਬਾਬਤ ਤੁਹਾਡੇ ਕੋਲ ਜਾਣਕਾਰੀ ਕਿਵੇਂ ਪਹੁੰਚੀ? ਕੀ ਜਾਣਕਾਰੀ ਤੁਸੀਂ ਰੱਖਦੇ ਹੋ? ਕਿਸ ਤਰੀਕੇ ਦੇ ਨਾਲ ਇਹਨੂੰ ਇੰਪਲੀਮੈਂਟ ਕੀਤਾ ਜਾਊਗਾ? ਤੁਹਾਨੂੰ ਕੀ ਲੱਗਦਾ ਹੈ? ਦੇਖੋ ਜੀ, ਇਸ ਗੱਲ ਦਾ ਤਾਂ ਮਤਲਬ ਖੁੱਲ੍ਹੇਆਮ 2014 ਤੋਂ ਰੌਲਾ ਪੈ ਰਿਹਾ ਹੈ। ਮਤਲਬ ਫਿਰ ਉਸ ਤੋਂ ਬਾਅਦ 2018 ਦੀ ਗੱਲ ਆਈ, ਜਦੋਂ ਨੇੜੇ ਉਹ ਸੋਧ ਬਿੱਲ ਪਾਸ ਹੋਣ ਦੀ ਗੱਲ ਆਈ, ਤੇ ਬਹੁਤੀਆਂ ਜਿਹੜੀ ਰਾਜ ਸਰਕਾਰਾਂ ਨੇ, ਗੈਰ ਬੀਜੇਪੀ ਸਰਕਾਰਾਂ ਨੇ, ਉਹਨਾਂ ਨੇ ਸਾਰਿਆਂ ਨੇ ਤਾਂ ਡਟ ਕੇ ਵਿਰੋਧ ਕੀਤਾ। ਈਵਨ ਕਿ 2018 ਦੇ ਵਿੱਚ ਲੱਖਾਂ ਦਾ ਜਿਹੜੇ ਬਿਜਲੀ ਮੁਲਾਜ਼ਮ ਨੇ, ਇੰਜੀਨੀਅਰ ਨੇ, ਜਿਹੜੇ ਇਹਨਾਂ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੇ ਲੱਖਾਂ ਦਾ ਦਿੱਲੀ ਦੇ ਵਿੱਚ ਇਕੱਠ ਕੀਤਾ ਕਿ ਜੇਕਰ ਇਹ ਐਕਟ ਲਾਗੂ ਹੋ ਗਿਆ, ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਅਸੀਂ ਤਾਂ ਮਤਲਬ ਮਾਰੇ ਜਾਵਾਂਗੇ, ਉੱਥੇ ਤੁਹਾਡੇ ਨਾਲ ਵੀ ਇਹ ਐਕਟ ਨੇ ਬਹੁਤ ਧੱਕਾ ਕਰਨਾ, ਤੁਹਾਡੇ ਮਤਲਬ ਪੈਸੇ ਇੰਨੇ ਲੱਗਣੇ ਨੇ। ਹੁਣ ਮੰਨ ਲਓ ਭੋਗਲ ਸਾਹਿਬ, ਮੈਂ ਪਹਿਲੀ ਗੱਲ ਤੇ ਇਹ ਕਰਾਂਗਾ, ਇਹਦੇ ਚ 2 ਗੱਲਾਂ ਨੇ। ਇੱਕ ਤੇ ਜਿਹੜੇ ਰਾਜ ਦੇ ਅਧਿਕਾਰ ਨੇ ਉਹ ਖੋਹਣ ਦੀ ਗੱਲ ਹੈ, ਦੂਜਾ ਜਿਹੜੇ ਗਰੀਬ, ਲੋੜਵੰਦ, ਦਲਿਤ, ਕਿਸਾਨ ਨੇ ਲੋਕ, ਉਹਨਾਂ ਨੂੰ ਲਤਾੜਿਆ ਜਾਣਾ ਇਹ ਐਕਟ ਨੇ। ਇਹ ਜਿਹੜੀ ਸੋਧ ਹੋ ਰਹੀ ਹੈ, ਇਹ ਸਾਨੂੰ ਸਪਸ਼ਟ ਸਮਝ ਲੈਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਇਹਦਾ ਰੈਗੂਲੇਟਰੀ ਕਮਿਸ਼ਨ ਹੁੰਦਾ ਸੀ ਪਹਿਲੇ, ਜਿਹੜਾ ਸੈਂਟਰ ਦੇ ਵਿੱਚ ਤੇ ਰਾਜ ਸਰਕਾਰ ਦਾ ਹੁੰਦਾ ਸੀ। ਇਹਦੇ ਵਿੱਚ 2 ਬੰਦੇ ਜਿਹੜੇ ਰਾਜ ਸਰਕਾਰ ਦੇ ਲਏ ਜਾਂਦੇ ਸੀਗੇ, ਇੱਕ ਬੰਦਾ ਇਹਦੇ ਚੋਂ ਸੈਂਟਰ ਗਵਰਨਮੈਂਟ ਦਾ ਹੁੰਦਾ ਸੀ। ਉਹਦੇ ਚ ਬਹੁਤੀਆਂ ਪਾਵਰਾਂ ਰਾਜ ਸਰਕਾਰ ਕੋਲ ਹੀ ਹੁੰਦੀਆਂ ਸੀਗੀਆਂ। ਪਰ ਭੋਗਲ ਸਾਹਿਬ, ਹੁਣ ਸਾਰਾ ਕੁਝ ਉਲਟ ਕਰਤਿਆ ਇਹਨਾਂ ਨੇ ਇਸ ਸੋਧ ਦੇ ਵਿੱਚ। ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਜਿਹੜੀ ਉਹ ਰੈਗੂਲੇਟਰੀ ਕਮਿਸ਼ਨ ਹੈ, ਜਿਹਨੇ ਇਹ ਸਿਸਟਮ ਨੂੰ ਚਲਾਉਣਾ ਸੀਗਾ ਸਟੇਟਾਂ ਦੇ, ਰਾਜਾਂ ਦੇ, ਉਹ ਕਮਿਸ਼ਨ ਦੇ ਵਿੱਚ ਹੁਣ 6 ਬੰਦੇ ਹੋਣਗੇ, ਤੇ 6 ਚ 4 ਬੰਦੇ ਕਿਹਦੇ ਨੇ? ਸੈਂਟਰ ਗਵਰਨਮੈਂਟ ਦੇ, ਤੇ ਜਿਹੜੇ 2 ਬੰਦੇ ਫਾਰਮੈਲਿਟੀ ਲਈ ਉਹ ਰਾਜ ਸਰਕਾਰਾਂ ਦੇ ਪਾਏ ਨੇ ਇਹਨਾਂ ਨੇ, ਤਾਂ ਕਿ ਕੋਈ ਵੀ ਫੈਸਲਾ ਲੈਣਾ ਹੋਵੇ, ਸਟੇਟ ਗਵਰਨਮੈਂਟ ਹੈ ਉਹ ਸਾਡੇ ਕੰਮ ਦੇ ਵਿੱਚ ਅੜਿੱਕਾ ਨਾ ਬਣ ਸਕੇ। ਫਿਰ ਕੋਈ ਵੀ ਜਿਹੜਾ ਇਹਨਾਂ ਨੇ ਨਿਯਮ ਬਣਾਉਣਾ, ਕੋਈ ਰੂਲ ਬਣਾਉਣੇ ਆ ਸਟੇਟ ਦੇ ਲਈ, ਉਹ ਅਧਿਕਾਰ ਨੇ ਸਾਰੇ ਸਿੱਧੇ ਰੂਪ ਦੇ ਵਿੱਚ, ਜੇ ਇਹ ਸੋਧ ਪ੍ਰਵਾਨ ਹੋ ਗਈ, ਸਭ ਕੁਝ ਸਿਰੇ ਚੜ ਗਿਆ, ਤੇ ਉਹ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਆ ਜਾਣਾ। ਪੰਜਾਬ ਦੇ ਕੋਲੇ ਜਾਂ ਹਰਿਆਣੇ ਜਾਂ ਜਿੰਨੇ ਵੀ ਭਾਰਤ ਦੇ ਸੂਬੇ ਨੇ, ਸਾਰਿਆਂ ਦਾ ਇਹ ਕੇਂਦਰੀਕਰਨ ਹੋ ਰਿਹਾ। ਇਹ ਰਾਜਾਂ ਦੇ ਲਈ ਬਹੁਤ ਹੀ ਚਿੰਤਾਜਨਕ ਗੱਲ ਹੈਗੀ ਹੈ
ਤੇ ਸੈਕਿੰਡ ਬਿਲਕੁਲ ਜਿਹੜੀ ਕੇਂਦਰੀਕਰਨ ਤੋਂ ਤਾਂ ਪਹਿਲਾਂ ਵੀ ਬੜੇ ਵੱਡੇ ਸਵਾਲ ਉੱਠਦੇ ਰਹੇ ਨੇ। ਕੇਂਦਰੀਕਰਨ ਨੂੰ ਲੈ ਕੇ, ਜੀਐਸਟੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਲਗਾਤਾਰ ਦੁਹਾਈਆਂ ਪਾ ਰਹੀ ਹੈ ਕਿ ਜੀਐਸਟੀ ਨੂੰ ਲਾਗੂ ਤਾਂ ਕਰ ਲਿਆ, ਉਸ ਤੋਂ ਬਾਅਦ ਜਿਹੜੇ ਜੀਐਸਟੀ ਤੋਂ ਬਾਅਦ ਜਿਹੜੀਆਂ ਉਹਦੀਆਂ ਕਿਸ਼ਤਾਂ ਹੁੰਦੀਆਂ ਨੇ ਉਹ ਤੜਫਾ ਕੇ ਦਿੱਤੀਆਂ ਜਾ ਰਹੀਆਂ, ਜਿਸ ਦੇ ਨਾਲ ਕਿਤੇ ਨਾ ਕਿਤੇ ਇੱਕ ਸੂਬੇ ਨੂੰ ਚਲਾਉਣ ਦਾ ਜਿਹੜਾ ਸਿਸਟਮ ਹੁੰਦਾ ਸਾਰਾ ਪ੍ਰਭਾਵਿਤ ਹੋ ਜਾਂਦਾ। ਤੇ ਇਸ ਵੇਲੇ ਜਦੋਂ ਅਸੀਂ ਪੀਐਸਪੀਸੀਐਲ ਦੀ ਗੱਲ ਕਰਦੇ ਹਾਂ ਤਾਂ ਬੀਤੇ ਦਿਨੀ ਜਦੋਂ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਇਆ ਗਿਆ ਕਿ ਪੀਐਸਪੀਸੀਐਲ ਜਿਹੜਾ ਸੀਗਾ ਇਹੀ ਮੁਨਾਫੇ ਦੇ ਵਿੱਚ ਚੱਲ ਰਿਹਾ ਸੀਗਾ। ਤੇ ਹੁਣ ਜੇ ਇਸ ਤਰੀਕੇ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਵੱਡਾ ਨੁਕਸਾਨ ਸੂਬਿਆਂ ਨੂੰ ਹੋਣ ਜਾ ਰਿਹਾ? ਜੀ ਬਿਲਕੁਲ ਭੋਗਲ ਸਾਹਿਬ, ਤੁਸੀਂ ਸਵਾਲ ਬੜਾ ਵਾਜਬ ਚੁੱਕਿਆ। ਇਹ ਵਾਰੀ ਸਿਰ ਹਰ ਜਿਹੜਾ ਵਿਭਾਗ ਹੈਗਾ ਉਹਨੂੰ ਹੱਥਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਉਹਦੇ ਵਿੱਚ ਲੋਕਾਂ ਨੂੰ ਦੇਖੋ, ਇੱਥੇ ਬੜੀ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਬਹੁਤੇ ਮੀਡੀਆ ਵੱਲੋਂ, ਸਪੋਕਸਮੈਨ ਚੈਨਲ ਵੱਲੋਂ ਮਤਲਬ ਵਧੀਆ ਕਵਰੇਜ ਹੁੰਦੀ ਹੈ, ਪਰ ਬਹੁਤੇ ਜਿਹੜੇ ਚੈਨਲ ਨੇ ਉਹਨਾਂ ਵੱਲੋਂ ਇਸ ਨੂੰ ਧਰਮ ਨਾਲ ਜੋੜਿਆ ਜਾਂਦਾ ਕਿ ਇੱਥੇ ਅਸੀਂ ਮਤਲਬ ਦੁਨੀਆ ਦੇ ਵਿੱਚ ਮੁਲਕ ਨੂੰ ਪਤਾ ਨਹੀਂ ਕੀ ਬਣਾ ਦੇਾਂਗੇ, ਮੁਲਕ ਨੂੰ ਵਧੀਆ ਬਣਾ ਦਾਂਗੇ। ਲੋਕਾਂ ਨੂੰ ਮਤਲਬ ਸ਼ਗੂਫੇ ਦਿੱਤੇ ਜਾ ਰਹੇ ਨੇ, ਲੋਕਾਂ ਨੂੰ ਭੰਬਲ ਭੁੱਸੇ 'ਚ ਪਾਇਆ ਜਾ ਰਿਹਾ। ਮੈਂ ਤਮਾਮ ਸਪੋਕਸਮੈਨ ਟੀਵੀ ਦੇਖਣ ਵਾਲੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇੱਥੇ ਕੋਈ ਵਿਕਾਸ ਦੀ ਗੱਲ ਨਹੀਂ ਹੈਗੀ। ਵਿਕਾਸ ਦੇ ਨਾਂ ਦੇ ਉੱਤੇ ਇਹ ਨਿੱਜੀ ਜਿਹੜੀ ਕੰਪਨੀਆਂ ਨੇ, ਜਿਹੜੀ ਇਹ ਭਾਜਪਾ ਪਾਰਟੀ ਹੈ ਜਿਹਨੇ ਉਹਨਾਂ ਤੋਂ ਕੰਪਨੀਆਂ ਤੋਂ ਫੰਡ ਲਿਆ ਤੇ ਉਹਨਾਂ ਦਾ ਇਹ ਕੰਮ ਕਰਨ ਲੱਗੇ ਹੋਏ ਨੇ। ਤੁਹਾਡੇ ਕੋਲੇ ਕੁਝ ਵੀ ਨਹੀਂ ਰਹਿਣਾ। ਤੁਸੀਂ ਦੇਖੋ, ਮੰਨ ਲਓ ਜੇ ਇਹ ਸੋਧ ਕਲੀਅਰ ਹੋ ਗਈ, ਪਾਸ ਹੋ ਗਈ, ਤੇ ਅੱਗੇ ਜਿਹੜੀ ਬਿਜਲੀ ਹੈ 200 ਜਿਹੜਾ ਬੰਦਾ ਯੂਨਿਟ, ਗਰੀਬ ਬੰਦਾ ਦੇਖੋ 200 ਤੇ 400 ਯੂਨਿਟ ਫੂਕਦਾ ਹੁੰਦਾ, ਤੇ ਜਿਹੜੇ ਉਸ ਤੋਂ ਵੱਧ ਫੂਕਣ ਵਾਲੇ ਬੰਦੇ ਉਹ ਅਮੀਰ ਮੰਨੇ ਜਾਂਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਰੇਟਾਂ ਦੇ ਨਾਲ। ਹੁਣ ਜੇਕਰ ਇਹ ਐਕਟ ਲਾਗੂ ਹੋ ਗਿਆ ਤੇ ਮੰਨ ਲਓ 200 ਯੂਨਿਟ ਕੋਈ ਬੰਦਾ ਬਿਜਲੀ ਫੂਕਦਾ ਜਾਂ 400 ਫੂਕਦਾ, ਉਹਦੇ ਵੱਖੋ ਵੱਖ ਰਾਜ ਸਰਕਾਰਾਂ ਰੇਟ ਲਾਉਂਦੀਆਂ ਨੇ ਤਾਂ ਕਿ ਜਿਹੜਾ ਗਰੀਬ ਬੰਦੇ ਉੱਤੇ ਬੋਝ ਨਾ ਪਵੇ। ਹੁਣ ਕੀ ਹੋਊਗਾ ਕਿ 200 ਯੂਨਿਟ ਫੂਕਣ ਵਾਲੇ ਤੇ ਵੀ ਉਹੀ ਚਾਰਜ ਹੋਣਗੇ ਜੋ 400 ਵਾਲੇ ਤੇ ਨੇ, ਜੋ 400 ਵਾਲੇ ਤੇ ਨੇ ਉਹੀ 1000 ਵਾਲੇ ਤੇ। ਮਤਲਬ ਇੰਨੀ ਜ਼ਿਆਦਾ ਬਿਜਲੀ ਮਹਿੰਗੀ ਹੋ ਜੂਗੀ। ਜਿਹੜੇ ਚਾਰजेस, ਜਿਹੜਾ ਮਤਲਬ ਖਰਚਾ 1000 ਯੂਨਿਟ ਵਾਲੇ ਨੂੰ ਪੈਂਦਾ ਸੀਗਾ, ਉਹ ਖਰਚਾ ਹੁਣ 200 ਯੂਨਿਟ ਵਾਲੇ ਨੂੰ ਪਊਗਾ। ਫਿਰ ਇਹਦੇ ਕਹਿਣ ਦਾ ਭਾਵ ਇਹ ਹੈ ਕਿ ਜੇ ਇਹ ਸੋਧ ਲਾਗੂ ਹੋ ਜਾਂਦੀ, ਜਿਹੜਾ ਇਸ ਵੇਲੇ ਲੋਕਾਂ ਨੂੰ ਲਾਹਾ ਮਿਲ ਰਿਹਾ, ਗਰੀਬ ਤਬਕੇ ਨੂੰ ਜਿਹੜਾ ਲਾਹਾ ਮਿਲ ਰਿਹਾ 200 ਯੂਨਿਟ ਫੂਕਦੇ ਫ੍ਰੀ ਹੋ ਜਾਂਦੀ, ਉਸ ਤੋਂ ਬਾਅਦ ਉਹਨਾਂ ਦਾ ਬਿੱਲ ਆਉਣਾ ਸ਼ੁਰੂ ਹੁੰਦਾ, ਤਾਂ ਉਹ ਸਿੱਧੇ ਤੌਰ ਤੇ ਕੱਟਿਆ ਜਾਵੇਗਾ। ਤੇ ਨਾਲ ਦੀ ਨਾਲ ਜੇ ਹੁਣ ਦੂਜੀ ਗੱਲ ਕਰੀਏ, ਕਿਸਾਨਾਂ ਨੂੰ ਵੱਡੇ ਪੱਧਰ ਤੇ ਬਿਜਲੀ ਮੁਫਤ ਮਿਲਦੀ ਹੈ, ਫਿਰ ਇਸ ਹਿਸਾਬ ਦੇ ਨਾਲ ਜੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਇਹ ਸਾਰਾ ਕੁਝ ਚਲ ਗਿਆ ਤਾਂ ਕਿਸਾਨਾਂ ਨੂੰ ਵੀ ਬਿਜਲੀ ਦੇ ਪੈਸੇ ਦੇਣੇ ਪੈਣਗੇ, ਬਿਜਲੀ ਦੀ ਉਧਰ ਵੀ ਬਿੱਲ ਲੱਗਿਆ ਕਰਨਗੇ ਫਿਰ ਤਾਂ। ਹਾਂ ਭੋਗਲ ਸਾਹਿਬ, ਇੱਥੇ ਇਹਨਾਂ ਗੱਲਾਂ 'ਚ ਦੋ ਫਰਕ ਹੈ। ਇੱਕ ਤੇ ਹੈਗੀ ਹੈ ਸਬਸਿਡੀ। ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਉਹ ਸਬਸਿਡੀ ਹੈ ਵੀ ਜਿਵੇਂ ਕਿਸਾਨਾਂ ਨੂੰ ਜਾਂ ਦਲਿਤਾਂ ਨੂੰ ਜਾਂ ਲੋੜਵੰਦਾਂ ਨੂੰ ਜਿਹੜੀ ਮਤਲਬ ਮੁਫਤ ਬਿਜਲੀ ਦਿੱਤੀ ਜਾਂਦੀ ਹੈ, ਉਹ ਜਿਹੜੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੁੰਦੇ ਨੇ ਜਾਂ ਕਿਸਾਨ ਨੇ ਸਾਡੇ, ਹਨਾ, ਉਹਨਾਂ ਨੂੰ ਮਿਲਦੀ ਹੈ, ਉਹਨੂੰ ਕਹਿੰਦੇ ਸਬਸਿਡੀ। ਸਬਸਿਡੀ ਤੇ ਉਹਨਾਂ ਨੇ ਸਪਸ਼ਟ ਇਹਦੇ ਵਿੱਚ ਲਿਖਿਆ, ਜਿਹੜਾ ਐਕਟ ਸੋਧ ਹੈਗੀ ਹੈ, ਕਿ ਅਸੀਂ ਬਿਲਕੁਲ ਇਹਨੂੰ ਖਤਮ ਕਰ ਦੇਣਾ। ਜੇ ਸਬਸਿਡੀ ਸਰਕਾਰ ਨੇ ਦੇਣੀ ਹੈ, ਸਰਕਾਰ ਚਾਹੁੰਦੀ ਹੈ, ਉਹ ਆਪਣੀ ਜੇਬ ਚੋਂ ਦਵੇ। ਸਟੇਟ ਕੋਲ ਤੇ ਪਹਿਲਾ ਪੈਸਾ ਨਹੀਂ ਹੈਗਾ, ਸਟੇਟ ਕਿੱਥੋਂ ਦਊਗੀ? ਸਾਰਾ ਪੈਸਾ ਤਾਂ ਤੁਸੀਂ ਲੈ ਕੇ ਜਾ ਰਹੇ ਹੋ ਸੈਂਟਰ ਵੱਲ। ਸੋ ਇਹ ਉਹਨੂੰ ਕਰ ਰਹੇ ਨੇ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਕਰ ਰਿਹਾ ਸੀਗਾ ਕਿ 200 ਯੂਨਿਟ ਜਿਹੜੇ 400, ਹੁਣ ਕਈਆਂ ਦੀ ਜਿਹਨਾਂ ਦੀ ਬਿਜਲੀ ਵੀ ਨਹੀਂ ਮਾਫ ਹੈਗੀ, ਉਹ ਵੀ ਜਿਹੜੇ ਗਰੀਬ ਚਾਹੁੰਦੇ ਨੇ, ਉਹ ਸਾਰੀਆਂ ਜਾਤਾਂ ਸਾਰੇ ਧਰਮਾਂ ਚਾਹੁੰਦੇ ਨੇ ਲੋਕ, ਉਹ 200 ਤੇ 400 ਫੂਕਦੇ ਨੇ, ਉਹ ਵੀ ਮਤਲਬ ਗਰੀਬਾਂ ਚਾਹੁੰਦੇ ਨੇ। ਪਰ ਜੇ ਇਹ ਐਕਟ ਲਾਗੂ ਹੋ ਗਿਆ ਤੇ ਇਹ ਸਾਰੀ ਚੀਜ਼ਾਂ ਨੇ, ਜਿਹੜੀ ਰਾਇਤਾਂ ਨੇ, ਜਿਹੜੀ ਸਬਸਿਡੀ ਹੈ, ਇਹ ਤਿੰਨੋਂ ਚੀਜ਼ਾਂ ਇਹ ਸਾਰੀਆਂ ਖਤਮ ਹੋ ਜਾਣਗੀਆਂ। ਇਹਦੇ ਵਿੱਚ ਹੋਰ ਇੱਕ ਨਵੀਂ ਚੀਜ਼ ਹੋਣ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਹਦੇ ਵਿੱਚ ਸੱਟਾ ਖੇਡੂਗੀ। ਸੱਟੇ ਭਾਵ ਬੋਲੀਆਂ ਲੱਗਿਆ ਕਰਨਗੀਆਂ ਕੰਪਨੀਆਂ ਦੀਆਂ ਕਿ ਕਿਹੜੀ ਕੰਪਨੀ ਕਿੰਨੇ ਪੈਸੇ 'ਚ ਜਿਹੜਾ ਇੱਥੇ ਠੇਕਾ ਲੈਂਦੀ ਹੈ ਸਟੇਟ ਦਾ, ਜਾਂ ਕਿਹੜੇ ਇਲਾਕੇ ਦਾ ਲੈਂਦੀ ਹੈ। ਫਿਰ ਤੁਸੀਂ ਭੋਗਲ ਸਾਹਿਬ ਜਾਣਦੇ ਹੋ, ਜਿਹੜੇ ਵੀ ਵਿਭਾਗ ਦੇ ਵਿੱਚ ਸੱਟਾ ਖੇਡ ਕੇ ਮਤਲਬ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏ ਤੇ ਉਹ ਕਿੱਥੋਂ ਕਾਮਯਾਬ ਹੋ ਸਕਦਾ। ਮੰਨ ਲਓ ਸੱਟੇ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਵਾਧੇ ਵੀ ਹੁੰਦੇ ਨੇ ਤੇ ਘਾਟੇ ਵੀ ਹੁੰਦੇ ਨੇ, ਤੇ ਉਹਦੇ 'ਚ ਸਪਸ਼ਟ ਲਿਖਿਆ ਜੇਕਰ ਘਾਟਾ ਪੈਂਦਾ ਉਹਦੇ ਵਿੱਚ ਸਿੱਧਾ ਕੰਜ਼ਿਊਮਰ ਜ਼ਿੰਮੇਵਾਰ ਹੋਊਗਾ, ਕੰਜ਼ਿਊਮਰ ਦੇ ਸਿਰ ਤੇ ਬੋਝ ਪੈਣਾ। ਭਾਵ ਜਿੰਨੇ ਵੀ ਲੋਕ ਨੇ ਬਿਜਲੀ ਨੂੰ ਵਰਤਣ ਵਾਲੇ, ਜਿਹੜੇ ਖਰਚਣ ਵਾਲੇ, ਉਹਨਾਂ ਦੇ ਸਿਰ ਤੇ ਭਾਰ ਪੈਣਾ ਸਾਰਾ। ਨਾ ਤਾਂ ਉੱਥੇ ਸੈਂਟਰ ਨੇ ਪੰਜੀ ਦੇਣੀ ਹੈ ਤੇ ਨਾ ਤੇ ਉਹ ਕੰਪਨੀਆਂ ਨੇ ਦੇਣੀ ਹੈ। ਸਟੇਟ ਗਵਰਨਮੈਂਟਾਂ ਦਾ ਪਹਿਲਾਂ ਹੀ ਮਤਲਬ ਜਲੂਸ ਨਿਕਲਿਆ ਹੋਇਆ, ਇਹਨਾਂ ਕੋਲ ਤੇ ਪੈਸਾ ਹੀ ਨਹੀਂ ਹੈਗਾ। ਬਿਲਕੁਲ, ਜੇ ਅਸੀਂ ਸਿੱਧੇ ਤੌਰ ਤੇ ਕਹੀਏ ਤਾਂ ਇੱਕ ਹਿਸਾਬ ਦੇ ਨਾਲ ਨਵਾਂ ਮਾਫੀਆ
ਪੈਦਾ ਹੋਊਗਾ, ਜਿਹੜਾ ਬਿਜਲੀ ਆਪਣੇ ਹਿਸਾਬ ਦੇ ਨਾਲ ਲੋਕਾਂ ਨੂੰ ਆਪਣੇ ਹਿਸਾਬ ਦੇ ਨਾਲ ਉਹਦੇ ਪੈਸੇ ਮੰਗੂਗਾ, ਆਪਣੇ ਹਿਸਾਬ ਦੇ ਨਾਲ ਸਬਸਿਡੀ ਦੇਣੀ ਜਾਂ ਨਹੀਂ ਦੇਣੀ ਆਪਣੇ ਹਿਸਾਬ ਦੇ ਨਾਲ ਫੈਸਲੇ ਕਰੂਗਾ, ਤੇ ਸਾਰਾ ਬੋਝ ਜਿਹੜਾ ਆ ਉਹ ਕੰਜ਼ਿਊਮਰ ਤੇ ਸੁੱਟਿਆ ਜਾਊਗਾ ਜਾਂ ਫਿਰ ਸੂਬਾ ਸਰਕਾਰਾਂ ਤੇ ਸੁੱਟਿਆ ਜਾਊਗਾ, ਤੇ ਸਿੱਧੀ ਕੇਂਦਰ ਦੇ ਨਾਲ ਉਹਨਾਂ ਦੀ ਗੱਲਬਾਤ ਹੋਊਗੀ, ਤੇ ਇਸ ਕਰਕੇ ਸੂਬਿਆਂ ਦੀ ਕੋਈ ਸੁਣੀ ਨਹੀਂ ਜਾਊਗੀ ਤੁਹਾਡੇ ਹਿਸਾਬ ਦੇ ਨਾਲ। ਬਿਲਕੁਲ ਜੀ ਬਿਲਕੁਲ। ਇਹਦੇ ਚ ਦੇਖੋ ਜਿਹੜੀ ਰੈਗੂਲੇਟਰੀ ਕਮਿਸ਼ਨ ਹੈ ਉਹ ਬਣਾਇਆ ਇਹਦੇ ਲਈ ਹੈ, ਜਿਹੜੀ 4 ਬੰਦਿਆਂ ਦੀ 6 ਬੰਦੇ ਬਣਾਏ ਨੇ, 6 ਚ 4 ਸੈਂਟਰ ਨੇ ਆਪਣੇ ਬੰਦੇ ਬਣਾ ਲਏ ਨੇ ਜਿਨ੍ਹਾਂ ਕੋਲੇ ਪਾਵਰ ਆਪਣੇ ਕੋਲ ਰੱਖ ਲਈ ਹੈ। ਸਟੇਟ ਦੇ 2 ਬੰਦੇ ਕੀ ਕਰਨਗੇ, ਉਹ ਇੱਕ ਫਾਰਮੈਲਿਟੀ ਲਈ ਦਿਖਾਤਿਆ ਵਾ ਕਿ ਅਸੀਂ ਇਹਨਾਂ ਦੇ ਜਸਵਿੰਦਰ ਜੀ ਇੱਥੇ ਇਹ ਤਾਂ ਹੋ ਸਕਦਾ ਨਾ ਕਿ ਸੂਬੇ ਵਿਰੋਧ ਕਰ ਸਕਦੇ ਨੇ, ਸੂਬੇ ਨਹੀਂ ਮੰਨਣਗੇ ਇਸ ਜਿਹੜੀ ਇਹ ਸੋਧ ਕੀਤੀ ਜਾ ਰਹੀ ਹੈ, ਕਿ ਇਹਦੇ ਵਿੱਚ ਕੋਈ ਆਪਾਂ ਕਹਿ ਲਈਏ ਵੀ ਸਮਾਂਬੱਧ ਕੋਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੁਹਾਡੇ ਹਿਸਾਬ ਦੇ ਨਾਲ ਕਿ ਇਹ ਮੰਨਣੀ ਪਊਗੀ ਜਾਂ ਨਹੀਂ ਮੰਨਣੀ ਪਊਗੀ? ਜਵਾਬ ਮੰਗਿਆ ਗਿਆ ਸੂਬਿਆਂ ਤੋਂ ਇਸ ਵੇਲੇ ਕੇਂਦਰ ਸਰਕਾਰ ਤੋਂ, ਜਾਂ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਰਾਇਤ ਮਿਲ ਸਕਦੀ ਹੈ ਇਹਦੇ ਵਿੱਚ? ਭੋਗਲ ਸਾਹਿਬ, ਸੈਂਟਰ ਗਵਰਨਮੈਂਟ ਨੇ ਜਿੱਥੇ ਦੇਖੋ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਹਨਾ, ਆਪਣਾ ਕਰੋਨਾ ਵਾਇਰਸ ਕਾਰਨ ਪੰਜਾਬ ਦੇ ਵਿੱਚ ਵੀ ਤਬਾਹੀ ਮਚੀ ਹੋਈ ਹੈ, ਉੱਥੇ ਹੀ ਸੈਂਟਰ ਸਰਕਾਰ ਇੱਥੇ ਸਿਆਸਤ ਕਰ ਰਹੀ ਹੈ। ਸਭ ਤੋਂ ਮਤਲਬ ਅਹਿਮ ਗੱਲ ਤਾਂ ਇਹ ਹੈ, ਸੈਂਟਰ ਗਵਰਨਮੈਂਟ ਨੇ ਜਦੋਂ 18 ਚ ਇਹ ਬਿੱਲ ਦੀ ਗੱਲ ਕੀਤੀ ਤੇ ਸੂਬਾ ਸਰਕਾਰਾਂ ਨੇ ਵਿਰੋਧ ਕੀਤਾ, ਜਿਹੜੇ ਬਿਜਲੀ ਮੁਲਾਜ਼ਮ ਨੇ ਉਹਨਾਂ ਨੇ ਵਿਰੋਧ ਕੀਤਾ, ਜਿਹੜੇ ਪੰਜਾਬ ਦੇ ਮੁਲਕ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੇ ਇਸ ਐਕਟ ਦਾ ਵਿਰੋਧ ਕੀਤਾ ਕਿ ਇਹ ਗਰੀਬ ਵਿਰੋਧੀ ਹੈ, ਤੇ ਉਹ ਜਿਹੜਾ ਐਕਟ ਹੈ ਉਦੋਂ ਲਾਗੂ ਨਹੀਂ ਹੋ ਸਕਿਆ, ਪੈਂਡਿੰਗ ਰਿਹਾ। ਤੇ ਸੈਂਟਰ ਗਵਰਨਮੈਂਟ ਨੇ ਹੁਣ ਸੂਬਾ ਸਰਕਾਰਾਂ ਨੂੰ, ਸਾਰੀਆਂ ਸਰਕਾਰਾਂ ਨੂੰ, ਸਟੇਟਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਤੁਸੀਂ 21 ਦਿਨਾਂ ਦੇ ਅੰਦਰ ਅੰਦਰ ਸਾਨੂੰ ਇਸ ਸਬੰਧ ਦੇ ਵਿੱਚ ਜਵਾਬ ਦਿਓ। ਇਹ ਹੁਣ ਸਰਕਾਰ ਦੇਖੋ ਕਿਸ ਸਮੇਂ ਪੈਤੜਾ ਖੇਡ ਰਹੀ ਹੈ, ਜਿਸ ਸਮੇਂ ਕੋਈ ਸਟੇਟ, ਕੋਈ ਜਥੇਬੰਦੀਆਂ, ਕੋਈ ਬਿਜਲੀ ਇੰਪਲੋਏ, ਕੋਈ ਨੌਕਰੀਆਂ ਕਰਨ ਵਾਲੇ ਵੀ ਸਟੇਟ ਦਾ ਆਪਣਾ ਸੈਂਟਰ ਗਵਰਨਮੈਂਟ ਦਾ ਵਿਰੋਧ ਨਾ ਕਰ ਸਕਣ। ਇਹ ਬਹੁਤ ਮਤਲਬ ਮਾੜੀ ਗੱਲ ਹੋਵੇਗੀ ਜੇ ਗਵਰਨਮੈਂਟ ਇਸ ਸਮੇਂ ਇਹ ਫੈਸਲਾ ਲੈਂਦੀ ਹੈ। ਤੇ ਪੰਜਾਬ ਵਾਸੀਆਂ ਨੂੰ, ਮੈਂ ਮੁੱਖ ਮੰਤਰੀ ਪੰਜਾਬ ਨੂੰ ਵੀ ਥੋੜੇ ਦਿਨ ਪਹਿਲਾਂ ਇੱਕ ਪੱਤਰ ਲਿਖਿਆ ਸੀ ਆਪਣੀ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਕਿ ਤੁਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਓ, ਇਸ ਐਕਟ ਦਾ ਜਿਹੜੀ ਸੋਧ ਹੋ ਰਹੀ ਹੈ ਉਹਦਾ ਵਿਰੋਧ ਕਰੋ। ਪੰਜਾਬ ਕੋਲੇ ਤੇ ਪਹਿਲਾਂ ਹੀ ਕੁਝ ਨਹੀਂ ਹੈਗਾ। ਤੇ ਬਿਲਕੁਲ, ਜੇ ਅਸੀਂ ਐਸੀ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ, ਕੇਂਦਰ ਸਰਕਾਰ ਬਹੁਤ ਸਾਰੀਆਂ ਚੀਜ਼ਾਂ ਦਾ ਇਸ ਵੇਲੇ ਨਿੱਜੀਕਰਨ ਕਰਦੀ ਜਾ ਰਹੀ ਹੈ। ਉਹਦੇ ਵਿੱਚ ਕਈ ਅਦਾਰੇ ਜਿਹੜੇ ਨੇ ਨਿੱਜੀਕਰਨ ਉਹਨਾਂ ਦਾ ਹੋ ਚੁੱਕਾ ਹੈ, ਜਿਹੜੀਆਂ ਉਡਾਣਾਂ ਨੇ ਉਹਨਾਂ ਦਾ ਨਿੱਜੀਕਰਨ ਹੋ ਚੁੱਕਾ, ਜਿਹੜੀਆਂ ਇਤਿਹਾਸਿਕ ਇਮਾਰਤਾਂ ਨੇ ਉਹਨਾਂ ਦਾ ਨਿੱਜੀਕਰਨ ਹੋ ਚੁੱਕਾ। ਤੇ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿੱਧਰ ਨੂੰ ਜਾ ਰਹੀ ਹੈ ਕੇਂਦਰ ਸਰਕਾਰ? ਸਾਫ਼ ਤੌਰ 'ਤੇ ਇਹ ਨਜ਼ਰ ਆ ਰਿਹਾ ਕਿ ਇਸ ਵੇਲੇ ਸੂਬਿਆਂ ਦੇ ਸਾਰੇ ਅਧਿਕਾਰ ਇੱਕ ਇੱਕ ਕਰਕੇ ਖੋਲ੍ਹੇ ਜਾਣ ਤੇ ਉਸ ਤੋਂ ਬਾਅਦ ਜੋ ਕੇਂਦਰ ਤੋਂ ਹੁਕਮ ਜਾਰੀ ਹੋਵੇ ਉਹੀ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇ। ਜਿਹੜੀ ਸੋਚ ਪਹਿਲਾਂ ਚੱਲ ਰਹੀ ਸੀ, ਪਹਿਲਾਂ ਜਿਹੜਾ ਹੋਕਾ ਦਿੱਤਾ ਜਾ ਰਿਹਾ ਸੀਗਾ ਕਿ ਭਾਰਤ ਦੇ ਵਿੱਚ ਇੱਕੋ ਹੀ ਆਵਾਜ਼ ਚੱਲੇਗੀ, ਤਾਂ ਉਹੀ ਤੁਹਾਨੂੰ ਲੱਗਦਾ ਕਿ ਉਹੀ ਲੀਹ ਤੇ ਪੈ ਰਹੀ ਹੈ ਇਸ ਵੇਲੇ ਕੇਂਦਰ ਸਰਕਾਰ? ਪਿਛਲੇ 5 ਸਾਲਾਂ ਦੇ ਵਿੱਚ ਹੁਣ ਅਗਲੇ 5 ਸਾਲ ਮਿਲ ਗਏ ਨੇ ਉਹਨਾਂ ਨੂੰ, ਤੇ ਉਹੀ ਕੁਝ ਹੋਊਗਾ ਅੱਗੇ? ਬਿਲਕੁਲ ਭੋਗਲ ਸਾਹਿਬ, ਆ ਕਰੋਨਾ ਦੇ ਮਾਮਲੇ ਵਿੱਚ ਵੀ ਤੁਸੀਂ ਦੇਖ ਲਓ, ਇਹਨਾਂ ਵੱਲੋਂ ਰਾਜ ਸਰਕਾਰਾਂ ਨੂੰ ਮਤਲਬ ਅੱਖ ਤੱਕ ਨਹੀਂ ਚੁੱਕਣ ਦਿੱਤੀ ਜਾ ਰਹੀ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ ਜੀ ਕਈ ਗੱਲਾਂ ਦੀ ਡਿਮਾਂਡ ਕੀਤੀ ਸੀਗੀ, ਤੇ ਇਸ ਤੋਂ ਇਲਾਵਾ ਕੋਈ ਜਿੱਦਾਂ ਦੁਕਾਨਾਂ ਸੀਗੀਆਂ ਸਪੇਅਰ ਪਾਰਟ ਦੀਆਂ, ਕਾਰਾਂ ਦੀ, ਉਹਨਾਂ ਨੇ ਸਟੇਟ ਗਵਰਨਮੈਂਟ ਨਹੀਂ ਖੋਲ ਰਹੀ ਸੀ, ਤੇ ਸੈਂਟਰ ਗਵਰਨਮੈਂਟ ਵੱਲੋਂ ਸਖਤੀ ਨਾਲ ਕਿਹਾ ਜਾ ਰਿਹਾ ਸਟੇਟ ਗਵਰਨਮੈਂਟ ਨੂੰ ਕਿ ਤੁਸੀਂ ਖੋਲੋ। ਤੇ ਉੱਧਰ ਬੰਗਾਲ ਦੇ ਵਿੱਚ ਜਾ ਕੇ ਟੀਮਾਂ ਭੇਜੀ ਜਾ ਰਹੀਆਂ ਨੇ ਸੈਂਟਰ ਗਵਰਨਮੈਂਟ ਵੱਲੋਂ ਕਿ ਉੱਥੇ ਤੁਸੀਂ ਇਹਨੂੰ ਲਾਗੂ ਕਰਾਓ, ਤੇ ਮੱਧ ਪ੍ਰਦੇਸ਼ 'ਚ ਭੇਜੀ ਜਾ ਰਹੀਆਂ ਨੇ। ਤੇ ਜਿੱਥੇ ਬੀਜੇਪੀ ਪ੍ਰਦੇਸ਼ ਨੇ, ਹਰਿਆਣਾ ਹੈ, ਗੁਜਰਾਤ ਹੈ, ਮਹਾਰਾਸ਼ਟਰ ਦੇ ਨੇੜੇ ਤੇੜੇ ਹੋਰ ਜਿਹੜੇ ਸੂਬੇ ਨੇ ਸਾਰੇ, ਉੱਥੇ ਕੋਈ ਗੱਲ ਵੀ ਨਹੀਂ ਹੈਗੀ। ਇਹ ਸੈਂਟਰ ਸਰਕਾਰ ਆਪਣੀ ਜਿਹੜੀ ਪਾਵਰ ਦਾ ਨਜਾਇਜ਼ ਫਾਇਦਾ ਲੈ ਰਹੀ ਹੈ, ਨਜਾਇਜ਼ ਫਾਇਦਾ ਚੁੱਕ ਕੇ ਜਿਹੜੀ ਗੈਰ ਬੀਜੇਪੀ ਸਟੇਟ ਨੇ, ਰਾਜ ਨੇ, ਉਹਨਾਂ ਨੂੰ ਡਰਾ ਰਹੀ ਹੈ। ਈਵਨ ਕਿ ਹੁਣ ਕਿਸੇ ਸਟੇਟ ਨੇ ਲੋਕਡਾਊਨ ਨੂੰ ਖੋਲਣਾ ਨਹੀਂ ਖੋਲਣਾ ਜਾਂ ਕਿਸੇ ਜ਼ਿਲ੍ਹੇ ਦੇ ਵਿੱਚ ਖੁੱਲ ਦੇਣੀ ਹੈ ਨਹੀਂ ਦੇਣੀ, ਉਹ ਸਟੇਟ ਗਵਰਨਮੈਂਟ ਫੈਸਲਾ ਲੈਣਾ ਚਾਹੀਦਾ। ਠੀਕ ਹੈ, ਸੈਂਟਰ ਗਵਰਨਮੈਂਟ ਨੇ ਪਾਸ ਕੀਤਾ, ਉਹਨੂੰ ਲਾਗੂ ਕਰਾਉਣਾ ਚਾਹੀਦਾ, ਪਰ ਸਟੇਟ ਗਵਰਨਮੈਂਟ ਹੈ ਉਹ ਦੇਖੇ ਕਿ ਅਸੀਂ ਕਿਹੜੀ ਦੁਕਾਨਾਂ ਖੋਲਣੀਆਂ ਨੇ ਕਿ ਨਹੀਂ ਖੋਲਣੀਆਂ। ਸਾਡੇ ਕੋਲ ਕੀ ਹੁਣ ਐਡਾ ਅਧਿਕਾਰ ਵੀ ਨਹੀਂ ਹੈਗਾ ਸਟੇਟ ਦੇ ਕੋਲੇ ਕਿ ਅਸੀਂ ਦੁਕਾਨਾਂ ਕਿਹੜੀਆਂ ਖੋਲ ਸਕੀਏ ਕਿ ਕਿਹੜੀਆਂ ਬੰਦ ਕਰੀਏ। ਬਿਲਕੁਲ, ਇਹ ਤਾਂ ਸੂਬਿਆਂ ਨੂੰ ਅਧਿਕਾਰ ਮਿਲਣਾ ਚਾਹੀਦਾ ਕਿ ਕਿਸ ਹਿਸਾਬ ਦੇ ਨਾਲ, ਕਿਉਂਕਿ ਉੜੀਸਾ, ਕੇਰਲ ਦੇ ਹਾਲਾਤ ਬੜੇ ਸੁਖਦ ਨੇ, ਉੱਥੇ ਐਡੀ ਵੱਡੀ ਮਾਰ ਨਹੀਂ ਕੀਤੀ ਕਰੋਨਾ ਵਾਇਰਸ ਨੇ। ਮੈਨੂੰ ਤਾਂ ਕਦੇ ਕਦੇ ਇੱਦਾਂ ਲੱਗਦਾ ਕਿ ਭਾਰਤ ਦੇ ਵਿੱਚ ਜੋ ਹਾਲਾਤ ਮਹਾਰਾਸ਼ਟਰ ਦੇ ਬਣਦੇ ਜਾ ਰਹੇ ਨੇ, ਕਿਉਂਕਿ ਉੱਥੇ ਸਰਕਾਰ ਬੀਜੇਪੀ ਦੀ ਨਹੀਂ, ਤੇ ਇੱਦਾਂ ਦੇ ਜਦੋਂ ਹਾਲਾਤ ਮੈਂ ਦੇਖਦਾ ਤਾਂ ਮੈਨੂੰ ਉਹੀ ਹਾਲਾਤ ਅਮਰੀਕਾ ਦੇ ਵਿੱਚ ਨਜ਼ਰ ਆਉਂਦੇ ਨੇ, ਜਿੱਥੇ ਟਰੰਪ ਇਸ ਵੇਲੇ ਰਾਸ਼ਟਰਪਤੀ ਨੇ, ਤਾਂ ਨਿਊਯਾਰਕ ਦੇ ਵਿੱਚ ਦੂਜੇ ਮੇਅਰ ਨੇ, ਤਾਂ ਉੱਥੇ ਹਾਲਾਤ ਕੀ ਬਣੇ ਹੋਏ ਨੇ, ਸਭ ਤੋਂ ਵੱਧ ਮੌਤਾਂ ਉੱਥੇ ਹੋ ਰਹੀਆਂ ਨੇ। ਤਾਂ ਮੈਨੂੰ ਦੋਹੀ ਹਾਲਾਤ ਆਪਸ ਦੇ ਵਿੱਚ ਇੱਕ ਜਿਹੇ ਹੁੰਦੇ ਲੱਗਦੇ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਤੋਂ ਲੋਕਾਂ ਨੂੰ ਕਿਵੇਂ ਬਚਣਾ ਚਾਹੀਦਾ? ਜੋ ਹਾਲਾਤ ਇਸ ਵੇਲੇ ਵੀ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਸਿਆਸਤ ਹੋ ਰਹੀ ਹੈ, ਹੱਲ ਕਿਵੇਂ ਦੇਖਦੇ ਹੋ ਇਸ ਚੀਜ਼ ਦਾ? ਦੇਖੋ ਜੀ,
ਹੁਣ ਗੁਜਰਾਤ ਦੇ ਵਿੱਚ ਵੀ ਆਪਾਂ ਦੇਖ ਲਈਏ ਤੇ ਬਹੁਤ ਜਿਹੜੀ ਬੀਜੇਪੀ ਸਟੇਟ ਹੈ ਬਹੁਤ ਚਿੰਤਾਜਨਕ ਨੇ, ਉੱਥੇ ਵੀ ਵੱਡੀ ਗਿਣਤੀ 'ਚ ਮੌਤਾਂ ਵੀ ਸਾਹਮਣੇ ਆ ਰਹੀਆਂ ਨੇ, ਹੋ ਰਹੀਆਂ ਨੇ। ਤੇ ਇਹ ਤੇ ਲੋਕਾਂ ਦੇ ਕੋਲੇ, ਮੈਂ ਤਾਂ ਸਮਝਦਾ ਸਾਡੀ ਮੁਲਕ 'ਚ ਪਹਿਲੀ ਗੱਲ ਤੇ ਜਿਹੜੀ ਮੈਡੀਕਲ ਪੱਖੋਂ ਅਸੀਂ ਫੇਲ ਆ, ਬੁਰੇ ਤਰੀਕੇ ਦੇ ਨਾਲ ਫੇਲ ਆ। ਤੇ ਜਿਹੜਾ ਲੋਕਡਾਊਨ ਹੋਇਆ ਇਹਨੇ ਸਾਨੂੰ ਮਤਲਬ ਕਿਤੇ ਨਾ ਕਿਤੇ ਜ਼ਰੂਰ ਬਚਾਇਆ, ਇਹ ਸਾਨੂੰ ਮੰਨਣਾ ਪਵੇਗਾ। ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਸਾਨੂੰ ਇੱਕ ਦੂਜੇ ਦੇ ਸੰਪਰਕ 'ਚ ਆਉਣ ਚੋਂ, ਨੇੜੇ ਆਉਣ ਤੋਂ ਆਪਣਾ ਬਚਾਅ ਕਰਨਾ ਚਾਹੀਦਾ। ਜੇ ਤੁਸੀਂ ਸੈਂਟਰ ਗਵਰਨਮੈਂਟ ਵੱਲ ਦੇਖੋਗੇ ਜਾਂ ਸਟੇਟ ਵੱਲ, ਇਹਨਾਂ ਨੇ ਤਾਂ ਤੁਹਾਡਾ ਬਿੱਲ ਵੀ ਨਹੀਂ ਦੇਣਾ, ਬਿੱਲ ਵੀ ਤੁਹਾਨੂੰ ਕੋਲੋਂ ਦੇਣਾ ਪੈਣਾ। ਸੋ ਉਹਦੇ ਨਾਲ ਵੀ ਇੱਕ ਹੋਰ ਮੈਂ ਗੱਲ ਇੱਥੇ ਐਡ ਕਰਦੇ ਆ, ਜੇ ਤੁਸੀਂ ਕਰੋਨਾ ਵਾਇਰਸ ਦੀ ਗੱਲ ਕੀਤੀ ਹੈ ਕਿ ਜਿੱਥੇ ਕਰੋਨਾ ਵਾਇਰਸ ਆਇਆ ਉੱਥੇ ਪੰਜਾਬ ਦੀ ਜਿਹੜੀ ਮੈਡੀਕਲ ਸਹੂਲਤਾਂ ਦੀ ਪੋਲ ਖੁੱਲੀ ਹੈ, ਕਿਉਂਕਿ ਤੁਸੀਂ ਦੇਖੋ ਭਾਰਤ ਚੋਂ ਪਹਿਲੇ ਨੰਬਰ ਤੇ ਪੰਜਾਬ ਸੂਬਾ ਆ ਰਿਹਾ ਹੈ ਜਿੱਥੇ ਮੌਤ ਦੀ ਐਵਰੇਜ ਸਭ ਤੋਂ ਵੱਧ ਹੈ, ਦਰ ਵੱਧ ਹੈ ਜੀ। 5.7 ਪੰਜਾਬ ਦੀ ਮੌਤ ਦੀ ਐਵਰੇਜ ਹੈ, ਜਿੱਥੇ ਮਤਲਬ ਕਰੋਨਾ ਨਾਲ ਸਭ ਤੋਂ ਮਤਲਬ ਐਵਰੇਜ ਦੇ ਵਿੱਚ ਵੱਧ ਮੌਤਾਂ ਹੋਈਆਂ ਨੇ। ਜੇ ਆਪਾਂ ਵਰਲਡ ਦੀ ਗੱਲ ਕਰੀਏ, ਵਰਲਡ ਦੀ 6.7 ਹੈ, ਸਿਰਫ 1 ਪੁਆਇੰਟ ਵਰਲਡ ਤੋਂ ਪਿੱਛੇ ਰਹਿ ਗਏ ਅਸੀਂ, ਜਦੋਂ ਕਿ ਸਾਡੇ ਮਰੀਜ਼ ਹੈ ਨਹੀਂ ਇੰਨੇ, ਸਿਰਫ 350 ਦੇ ਨੇੜੇ ਸਾਡੇ ਕੋਲ ਮਰੀਜ਼ ਨੇ, ਕੁਝ ਵੀ ਨਹੀਂ ਹੈਗੇ। ਤੇ ਉਹਦੇ ਵਿੱਚ ਇੰਨੀ ਮੌਤਾਂ ਹੋ ਜਾਣੀਆਂ ਤੇ ਇਹ ਇੱਕ ਫੇਲੀਅਰ ਹੈ ਸਾਡੇ ਮੈਡੀਕਲ ਦਾ। ਸਾਡੇ ਮੈਂ ਸਮਝਦਾ ਵੀ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੇ ਨਹੀਂ ਤੁਹਾਡੇ ਤੋਂ ਕੰਟਰੋਲ ਹੋ ਰਿਹਾ ਕੁਝ ਵੀ। ਤੇ ਬਾਕੀ ਤੁਸੀਂ ਸਟੇਟਾਂ ਦੇਖ ਲਓ, ਕੇਰਲ ਦੇ ਵਿੱਚ 500 ਮਰੀਜ਼ ਹੋਏ ਨੇ, 700 ਸਟੇਟਾਂ ਦੇ ਹੋਏ ਨੇ, ਮੌਤਾਂ ਉੱਥੇ ਹੈ ਹੀ ਨਹੀਂ। ਕਿਤੇ 2 ਮੌਤਾਂ ਨੇ, ਕਿਤੇ 5 ਨੇ, ਕਿਤੇ 7 ਨੇ, ਕਿਤੇ 10 ਨੇ। ਸਾਡੇ 100 ਮਰੀਜ਼ ਹੋਇਆ ਸੀ, ਸਾਡੇ 100 ਮਰੀਜ਼ ਪਿੱਛੇ ਸਾਡੇ 12 ਮੌਤਾਂ ਹੋ ਗਈਆਂ ਸੀ। ਸੋ ਕਿੱਥੇ ਖੜੇ ਆ? ਬਿਲਕੁਲ, ਇਹ ਬੜੇ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਸੂਬਾ ਸਰਕਾਰਾਂ ਨੂੰ, ਕੇਂਦਰ ਸਰਕਾਰਾਂ ਨੂੰ ਸੋਚਣਾ ਚਾਹੀਦਾ। ਜਦੋਂ ਸਵਾਲ ਚੱਕਦੇ ਹਾਂ ਅਸੀਂ ਵੀ ਤਾਂ ਉੱਥੇ ਜਵਾਬ ਇਹ ਮਿਲਦੇ ਨੇ ਕਿ ਅਸੀਂ ਜਿਹੜੀਆਂ PPE ਕਿੱਟਾਂ ਨੇ ਉਹ ਮੰਗਵਾਈਆਂ, ਪਰ ਕਿਤੇ ਨਾ ਕਿਤੇ ਮਿਲ ਨਹੀਂ ਰਹੀਆਂ ਕੇਂਦਰ ਦੇ ਵੱਲੋਂ, ਕਿਉਂਕਿ ਸੂਬਿਆਂ ਦੇ ਕੋਲ ਇੰਨੇ ਇਸ ਵੇਲੇ ਵਸੀਲੇ ਨਹੀਂ ਹੁੰਦੇ। ਬੜੇ ਸਵਾਲ ਨੇ ਇਸ ਵੇਲੇ। ਚਲੋ, ਇਸ ਮੁਤਲਕ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਬੜੇ ਅਹਿਮ ਸਵਾਲ ਚੁੱਕੇ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ, ਤੁਸੀਂ ਕੀਮਤੀ ਆਪਣਾ ਸਮਾਂ ਸਾਨੂੰ ਦਿੱਤਾ ਤੇ ਬੜੇ ਅਹਿਮ ਮੁੱਦੇ ਤੇ ਤੁਸੀਂ ਅੱਜ ਚਰਚਾ ਕੀਤੀ ਸਾਡੇ ਨਾਲ ਕਿ ਬਿਜਲੀ ਦੇ ਹੁਣ ਮੁੱਦੇ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਕੇਂਦਰੀਕਰਨ ਕਰਕੇ ਲੋਕਾਂ ਦੀਆਂ ਜੇਬਾਂ ਤੇ ਇੱਕ ਹਿਸਾਬ ਦੇ ਨਾਲ ਡਾਕਾ ਮਾਰਨ ਜਾ ਰਹੀ ਹੈ। ਭੋਗਲ ਸਾਹਿਬ, ਮੈਂ ਇੱਕ ਕਮੈਂਟ ਕਰਨਾ ਚਾਹਾਂਗਾ ਲਾਸਟ ਦੇ ਵਿੱਚ ਬਸ ਜੀ। ਇਹਦੇ ਵਿੱਚ ਇੱਕ ਹੋਰ ਜਿਹੜੀ ਗਰੀਬਾਂ ਨੂੰ ਮਤਲਬ ਵੋਟ ਬੈਂਕ ਦੀ ਰਾਜਨੀਤੀ ਨੂੰ ਪੱਕਾ ਕਰਨ ਲਈ ਇੱਕ ਹੋਰ ਜਿਹੜੀ ਸੋਧ ਕੀਤੀ ਜਾ ਰਹੀ ਹੈ ਇਸ ਬਿੱਲ ਦੇ ਵਿੱਚ, ਉਹ ਕੀ ਹੈ ਕਿ ਇਹਦੇ ਵਿੱਚ ਜਿਹੜਾ ਅੱਜ ਤੱਕ ਨਹੀਂ ਹੋਇਆ, ਬਿਜਲੀ ਵਿਭਾਗ ਦੇ ਵਿੱਚ ਜਿਹੜਾ ਕਦੇ ਨਹੀਂ ਹੋਇਆ ਕਿ ਜੇ ਕਿਸੇ ਤੇ ਕੇਸ ਦਰਜ ਕਰਾਉਣਾ ਤੇ ਬਿਜਲੀ ਵਿਭਾਗ ਉਸ ਬੰਦੇ ਦੇ ਖਿਲਾਫ ਕੰਪਲੇਂਟ ਜਾਂ ਸ਼ਿਕਾਇਤ ਲਿਖ ਕੇ ਦਿੰਦਾ ਹੁੰਦਾ ਸੀਗਾ ਕਿ ਇਹ ਬੰਦੇ ਵੱਲੋਂ ਕਿ ਇਸ ਬੰਦੇ ਵੱਲੋਂ ਕ੍ਰਾਈਮ ਕੀਤਾ ਜਾ ਰਿਹਾ ਤੇ ਤੁਸੀਂ ਇਹਦੇ ਬਾਬਤ ਕਾਰਵਾਈ ਕਰੋ। ਪਰ ਇਹ ਪਹਿਲੀ ਵਾਰੀ ਸੋਧ ਦੇ ਵਿੱਚ ਐਡ ਕੀਤਾ ਗਿਆ, ਕਿਸੇ ਗਰੀਬ ਦਾ, ਕਿਸੇ ਕਿਸਾਨ ਦੀ ਕੋਈ ਤਾਰ ਢਿੱਲੀ ਫੜੀ ਗਈ, ਕੋਈ ਮੀਟਰ 'ਚ ਖਰਾਬੀ ਆ ਗਈ, ਪੁਲਿਸ ਨੂੰ ਪੂਰੀ ਪਾਵਰ ਦਿੱਤੀ ਗਈ ਹੈ ਕਿ ਤੁਸੀਂ ਜਾ ਕੇ ਉਸੇ ਸਮੇਂ ਪਰਚਾ ਦਰਜ ਕਰੋ। ਇਹ ਬਹੁਤ ਮਤਲਬ ਖਤਰਨਾਕ ਚੀਜ਼ ਹੈ ਸਾਡੇ ਲਈ, ਕਿਉਂਕਿ ਤੁਸੀਂ ਦੇਖੋ ਵੱਡੇ ਵੱਡੇ ਅਦਾਰੇ ਨੇ ਸਰਕਾਰੀ, ਜਿਹੜੇ MP ਨੇ ਇਹਨਾਂ ਦੇ ਬੰਗਲੇ ਨੇ, ਮੁੱਖ ਮੰਤਰੀਆਂ ਦੇ ਬੰਗਲੇ ਨੇ, ਤੁਸੀਂ ਦੇਖੋ ਪੁਰਾਣੇ ਸਾਬਕਾ ਨਵੇਂ ਜਿੰਨੇ ਵੀ ਨੇ, ਇਹ ਬਿੱਲ ਕਿੱਥੇ ਭਰਦੇ ਨੇ? ਥਾਣਿਆਂ ਦੇ ਬਿੱਲ ਨਹੀਂ ਭਰੇ ਜਾਂਦੇ। ਰੋਜ਼ ਤੁਸੀਂ ਖਬਰਾਂ ਪੜ੍ਹਦੇ ਹੋ ਕਿ ਫਲਾਣੇ ਥਾਣੇ ਦਾ ਇੰਨਾ ਬਿੱਲ ਹੋ ਗਿਆ। ਬਿਲਕੁਲ, ਪਿਛਲੇ ਦਿਨੀ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਆਈਆਂ, ਥਾਣਿਆਂ ਦੇ ਬਿੱਲ ਪੈਂਡਿੰਗ ਨੇ, DC ਦੇ ਕੰਪਲੈਕਸ ਜਿਹੜੇ ਨੇ ਉਹਨਾਂ ਦੇ ਬਿੱਲ ਪੈਂਡਿੰਗ ਨੇ, ਜਿਹੜੀਆਂ ਇਮਾਰਤਾਂ ਸਰਕਾਰੀ ਬਣੀਆਂ ਹੋਈਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਉਹਨਾਂ ਦੇ ਬਿੱਲ ਪੈਂਡਿੰਗ ਨੇ ਜੀ। ਪੁਲਿਸ ਹੈ, ਪੁਲਿਸ ਤੰਤਰ ਦੀ ਜਿਹੜੀ ਪਾਵਰ ਹੈ ਉਹ ਮਤਲਬ ਗਰੀਬਾਂ ਲਈ ਵਰਤਣੀ ਹੈ ਫਿਰ ਇਹਨਾਂ ਨੇ, ਇਹੀ ਮਤਲਬ ਉਹਦਾ ਮਤਲਬ ਹੈ ਨਾ। ਕਿਉਂਕਿ ਜਿਹੜੀ ਨਿੱਜੀ ਕੰਪਨੀਆਂ ਨੇ ਉਹਨਾਂ ਨੇ ਲੋਕਾਂ ਦੇ ਨਾਲ ਧੱਕਾ ਕਰਨਾ, ਉਹ ਨਿੱਜੀ ਕੰਪਨੀਆਂ ਨੇ ਪੁਲਿਸ ਦੀ ਮਦਦ ਦੇ ਨਾਲ ਲੋਕਾਂ ਨੂੰ ਡਰਾ ਕੇ ਇਹਨਾਂ ਦੀ ਲੁੱਟਮਾਰ ਜਿਹੜੀ ਬਿਜਲੀ ਦੇ ਰਾਹੀਂ ਉਹ ਕਰਨੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਸੋ ਇਹ ਸਨ ਜਸਵਿੰਦਰ ਸਿੰਘ, ਬੜੇ ਅਹਿਮ ਮੁੱਦੇ ਤੇ ਸਾਡੇ ਨਾਲ ਇਹਨਾਂ ਨੇ ਚਰਚਾ ਕੀਤੀ ਹੈ ਕਿ ਬਿਜਲੀ ਦੇ ਉੱਪਰ ਹੁਣ ਕਿਤੇ ਨਾ ਕਿਤੇ ਸਿਆਸਤ ਹੋ ਰਹੀ ਹੈ ਇਸ ਵੇਲੇ, ਤੇ ਕਿਤੇ ਨਾ ਕਿਤੇ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰ ਖੋਲ੍ਹੇਗੀ। ਆਉਣ ਵਾਲੇ ਦਿਨਾਂ ਦੇ ਹਾਲਾਤ ਇਹ ਬਣ ਸਕਦੇ ਨੇ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਬਿਜਲੀ ਦਾ ਕੰਮ ਜਾਵੇਗਾ ਤੇ ਉਹ ਆਪਣੇ ਹਿਸਾਬ ਦੇ ਨਾਲ ਬਿੱਲ ਲਾਇਆ ਕਰਨਗੇ, ਆਪਣੇ ਹਿਸਾਬ ਦੇ ਨਾਲ ਯੂਨਿਟਾਂ ਦੇ ਰੇਟ ਵਧਿਆ ਕਰਨਗੇ, ਆਪਣੇ ਹਿਸਾਬ ਦੇ ਨਾਲ ਸਬਸਿਡੀ ਸਾਫ਼ ਤੌਰ ਤੇ ਜਿਹੜੀ ਇਹ ਕਹਿੰਦੇ ਨੇ ਸੋਧ ਜਿਹੜੀ ਆਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਜਿਹੜੀ ਆ ਉਹ ਨਹੀਂ ਦਿੱਤੀ ਜਾਵੇਗੀ। ਜੇ ਸੂਬਾ ਆਪਣੇ ਪੱਧਰ ਤੇ ਚਾਹੁੰਦਾ ਸਬਸਿਡੀ ਦੇਣਾ ਤਾਂ ਆਪਣੇ ਪੱਧਰ ਤੇ ਦੇ ਸਕਦਾ। ਤੇ ਨਾਲ ਦੀ ਨਾਲ ਕਾਨੂੰਨੀ ਜਿਹੜਾ ਇੱਕ ਦਾਅ ਵਿੱਚ ਖੇਡਿਆ ਗਿਆ ਕਿ ਹੁਣ ਬਿਜਲੀ ਦਾ ਕੋਈ ਵੀ ਮਾਮਲਾ ਪਾਇਆ ਗਿਆ ਤਾਂ ਸਿੱਧੇ ਤੌਰ ਤੇ ਪੁਲਿਸ ਵਾਲੇ ਵੱਲੋਂ ਜਿਹੜੀ ਪੁਲਿਸ ਆ ਉਹ ਆਪਣੇ ਵੱਲੋਂ ਪਰਚਾ ਦਰਜ ਕਰਿਆ ਕਰੇਗੀ। ਤਾਂ ਬਹੁਤ ਗੰਭੀਰ ਇਹ ਮੁੱਦਾ ਹੈਗਾ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਤੇ ਲੋਕਾਂ ਨੂੰ ਵੀ ਸੋਚ ਕੇ ਤੇ ਸੂਬਾ ਸਰਕਾਰਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਇਸ ਮੁੱਦੇ ਤੇ ਚਰਚਾ ਕਰਕੇ ਕੋਈ ਇਸ ਦਾ ਹੱਲ ਲੱਭ ਲਿਆ ਜਾਵੇ, ਨਹੀਂ ਤਾਂ ਇਸ ਦੇ
ਜਿਹੜੇ ਸਿੱਟੇ ਹੋਣਗੇ ਕਾਫੀ ਗੰਭੀਰ ਹੋਣਗੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਮੈਂਟ ਕਰਕੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।